ਸਾਹਿਬ ਜੀ। ਨਲੋਤ ਵੰਦਨਨ ਕੁਵਾਰ ਸਰਬ ਕਲਾ ਸਮਰੱਥ। ਬੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਗਤ ਕਰ ਸਿਫਤ ਤੁਮਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਬੇਸ਼ੁਮਾਰ ਅਥਾਹ ਗਣਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਸਲਾਮ ਜਵਾਬ ਦੋਵੇਂ ਕਰੇ, ਮੁੰਡੋਂ ਕੁੱਥਾ ਜਾਏ। ਨਾਨਕ ਦੋਵੇਂ ਕੂੜੀਆਂ, ਥਾਏ ਨ ਕਾਈ ਪਾਏ। ਪੌੜੀ ਜੇ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀਐ। ਜਿਉ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉੱਪਰ ਘਾਲੀਐ, ਕਿਛ ਲਾਹੇ ਉੱਪਰ ਘਾਲੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਇਸ ਪਾਵਨ ਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤੇ ਇਹਦੇ ਤਹਿਤ ਆਸਾ ਕੀ ਵਾਰ ਦੀ ਜੋ 21ਵੀਂ ਪੌੜੀ ਹੈ, ਉਹਦੇ ਨਾਲ ਜੋ 2 ਸ਼ਲੋਕ ਆਏ। ਪਹਿਲੇ ਸ਼ਲੋਕ ਦੀ ਕਥਾ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਦੂਸਰਾ ਸ਼ਲੋਕ ਅਤੇ ਪੌੜੀ ਦਾ ਸ਼ਬਦ ਆਪ ਜੀ ਨੇ ਇਸ ਸਮੇਂ ਸਰਵਣ ਕੀਤਾ ਹੈ। ਦੋਵੇਂ ਜਿਹੜੇ ਸ਼ਲੋਕ ਹਨ, ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਨ। ਪੌੜੀ ਵਾਲਾ ਸ਼ਬਦ ਜਿਹੜਾ ਹੈ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਆਸਾ ਕੀ ਵਾਰ ਦੀਆਂ ਸਾਰੀਆਂ ਹੀ ਪੌੜੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਹਨ। ਸ਼ਲੋਕ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਆਏ ਹਨ। ਆਸਾ ਕੀ ਵਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਪਾਵਨ ਸ਼ਬਦ ਸਾਨੂੰ ਉਪਦੇਸ਼ ਬਖਸ਼ ਕਰ ਰਹੇ ਹਨ। ਪੌੜੀ ਵਾਲੇ ਸ਼ਬਦ ਦੇ ਵਿੱਚ ਸ਼ਲੋਕਾਂ ਦੇ ਵਿੱਚ ਉਸ ਨੂੰ ਖੋਲ੍ਹਿਆ ਗਿਆ ਹੈ, ਬਲਕਿ ਜਿੰਨੀਆਂ ਵੀ ਪੌੜੀਆਂ ਦੇ ਨਾਲ ਸ਼ਲੋਕ ਹਨ, ਉਹਨਾਂ ਦਾ ਭਾਵ ਕੀ ਹੈ। ਜੋ ਗੱਲ ਪੌੜੀ ਦੇ ਵਿੱਚ ਗੋਝ ਭਾਵ ਵਿੱਚ ਆਖੀ ਹੈ, ਸ਼ਲੋਕਾਂ ਦੇ ਵਿੱਚ ਉਹਨੂੰ ਵਿਸਤਾਰ ਨਾਲ ਖੋਲ੍ਹ ਕੇ ਸਮਝਾਇਆ ਗਿਆ ਹੈ। ਗੁਰੂ ਪਾਤਸ਼ਾਹ ਜੀ ਨੇ ਉਹੀ ਸ਼ਲੋਕ ਪੌੜੀਆਂ ਦੇ ਨਾਲ ਦਰਜ ਕੀਤੇ, ਜਿਹੜੇ ਪੌੜੀ ਦੇ ਭਾਵ ਅਰਥ ਨੂੰ ਖੋਲ੍ਹਦੇ ਹਨ। ਜਿਹੜੇ ਸ਼ਲੋਕ ਬਚ ਗਏ, ਉਹ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਪਾਠ ਕਰਦੇ ਹਾਂ, ਤੇ 1410 ਅੰਗ 'ਤੇ
ਸ਼ਲੋਕ 12 ਤੇ ਵਧੇਕ ਸਰਲੇਖ ਹੇਠਾਂ ਉੱਥੇ ਸ਼ਲੋਕ ਹਨ ਜੋ 12 ਤੋਂ ਬਚ ਗਏ, ਵੱਧ ਗਏ। ਉਹ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉੱਥੇ ਲਿਖੇ ਨੇ। ਉਹ ਤਾਂ ਹੀ ਲਿਖਿਆ ਨਾਲ ਸ਼ਲੋਕ 12 ਤੇ ਵਧੇਕ, 12 ਤੋਂ ਵਧੇ ਹੋਏ। ਬਾਕੀ ਸ਼ਲੋਕ ਜੋ 20 ਵਾਰਾਂ ਹਨ ਉਹਨਾਂ ਦੇ ਨਾਲ ਦਰਜ ਹਨ। 22 ਵਾਰਾਂ ਨੇ, 2 ਵਾਰਾਂ ਦੇ ਨਾਲ ਸ਼ਲੋਕ ਨਹੀਂ ਹਨ। ਵਾਰ ਬਾਬਾ ਸੱਤਾ ਬਲਵੰਡਾ ਜੀ ਦੀ ਰਾਮਕਲੀ ਰਾਗ ਦੇ ਵਿੱਚ ਅਤੇ ਬਸੰਤ ਰਾਗ ਦੀ ਵਾਰ, ਉਹਨਾਂ 2 ਵਾਰਾਂ ਦੇ ਨਾਲ ਕੋਈ ਸ਼ਲੋਕ ਦਰਜ ਨਹੀਂ ਹੈ। ਬਾਕੀ 20 ਵਾਰਾਂ ਦੇ ਨਾਲ ਸ਼ਲੋਕ ਦਰਜ ਹਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਪੌੜੀ ਵਾਲੇ ਸ਼ਬਦ ਦੇ ਵਿੱਚ ਜੋ ਉਪਦੇਸ਼ ਕੀਤਾ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸ਼ਲੋਕ ਨਾਲ ਉਹਨਾਂ ਨੂੰ ਖੋਲ੍ਹਿਆ ਗਿਆ ਕਿ ਗੁਰੂ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕੀ ਕਰ ਰਹੇ ਨੇ। ਕੱਲ੍ਹ ਜੋ ਆਪ ਜੀ ਨੇ ਸ਼ਲੋਕ ਦੀ ਕਥਾ ਸਰਵਣ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਬ ਨੂੰ ਜਪਣ ਨਾਲ, ਉਹਦਾ ਨਾਮ ਆਰਾਧਨ ਕਰਨ ਦੇ ਨਾਲ ਜੀਵ ਨੂੰ ਸੁੱਖ ਮਿਲੇਗਾ। ਪੌੜੀ ਦੇ ਵਿੱਚ ਜੋ ਬਚਨ ਆਖੇ ਨੇ ਤੇ ਆਪਾਂ ਵੇਖਦੇ ਹਾਂ ਸੰਸਾਰ ਵਿੱਚ ਬੜੀ ਦੁਨੀਆ ਨਾਮ ਜਪਣ ਵਾਲੀ ਹੈ। ਬਹੁਤ ਗਿਣਤੀ ਹੈ ਜਿਹੜੇ ਨਾਮ ਜਪਦੇ ਨੇ, ਮਾਲਾ ਫੇਰਦੇ ਨੇ, ਪਰ ਸੁੱਖ ਤਾਂ ਮਿਲ ਨਹੀਂ ਰਿਹਾ। ਪੌੜੀ ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਤੇ ਸਵਾਲ ਹੋਵੇਗਾ ਵੀ ਇੰਨੀ ਦੁਨੀਆ ਨਾਮ ਜਪ ਰਹੀ ਹੈ ਤੇ ਸੁੱਖ ਤੇ ਮਿਲ ਨਹੀਂ ਰਿਹਾ, ਕਾਰਨ? ਮਹਾਰਾਜ ਫਿਰ ਕਹਿੰਦੇ ਕਿ ਇਹ ਰੱਬ ਦਾ ਆਸ਼ਿਕ ਨਹੀਂ ਬਣਿਆ। ਉੱਪਰੋਂ ਹੀ ਇਹ ਖਾਨਾ ਪੂਰਤੀ ਕਰ ਰਿਹਾ ਵੀ ਨਾਮ ਜਪ ਰਿਹਾ ਹੈ, ਰੱਬ ਦਾ ਭਗਤ ਨਹੀਂ ਬਣਿਆ ਅਸਲ ਵਿੱਚ। ਕਿਉਂਕਿ ਆਸ਼ਿਕ ਦੀ, ਭਗਤ ਦੀ ਨਿਸ਼ਾਨੀ ਉਹ ਕੱਲ੍ਹ ਆਪਾਂ ਵਿਚਾਰ ਕੀਤੀ ਸੀ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਪਰ ਇਹ ਸਿੱਖ ਤੇ ਕਈ ਦਿਨ ਰਹਿ ਰਸ ਵੀ ਨਹੀਂ ਕਰਦਾ, ਨਿਤਨੇ ਵੀ ਨਹੀਂ ਕਰਦਾ, ਭਾਵ ਇਹ ਸਿੱਖ ਬਣਿਆ ਨਹੀਂ ਹੈ। ਆਪਾਂ ਬੜਾ ਦਾਅਵਾ ਕਰਦੇ ਹਾਂ ਵੀ ਮੈਂ ਗੁਰੂ ਦਾ ਸਿੱਖ ਹਾਂ, ਪਰ ਗੁਰਮੁਖੋ ਸਿੱਖੀ ਸਾਡੇ ਨੇੜੇ ਤੇੜੇ ਵੀ ਨਹੀਂ ਹੈ। ਕਿਉਂਕਿ ਮਹਾਰਾਜ ਨਿਸ਼ਾਨੀ ਦੱਸਦੇ ਨੇ, ਆਸ਼ਿਕ ਦਾ ਅਰਥ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਵਿੱਚ ਓਤ-ਪੋਤ ਹੋ ਗਿਆ, ਜਿਹਦੇ ਜੀਵਨ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ, ਕੋਈ ਗੁੰਜਾਇਸ਼ ਨਹੀਂ ਰਹਿ ਗਈ। ਲੋਕ ਇਹ ਨਹੀਂ ਕਹਿ ਸਕਦੇ ਕਿ ਇਹ ਬੰਦਾ ਹੁਣ ਧਰਮ ਤੋਂ ਡੋਲ ਜਾਵੇਗਾ, ਜਿਹਦੇ ਅੰਦਰ ਕੋਈ ਸ਼ੱਕ ਨਹੀਂ ਰਹਿ ਗਿਆ। ਜਿੱਥੇ ਸ਼ੱਕ ਆ ਜਾਵੇ ਉਹਨੂੰ ਪੂਰਾ ਨਹੀਂ ਮੰਨਿਆ ਜਾਂਦਾ, ਉਹਦੇ 'ਤੇ ਆਪਾਂ ਵਿਸ਼ਵਾਸ ਨਹੀਂ ਕਰਦੇ ਵੀ ਆਪਾਂ ਨੂੰ ਸ਼ੱਕ ਰਹਿੰਦਾ ਵੀ ਇਹ ਬੰਦਾ ਪਤਾ ਨਹੀਂ ਕੀ ਕਰ ਦੇਗਾ। ਇੱਕ ਬੰਦੇ 'ਤੇ ਵਿਸ਼ਵਾਸ ਹੁੰਦਾ, ਇਹਦੇ 'ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਅੰਦਰੋਂ ਬਾਹਰੋਂ ਇੱਕ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਹ ਸਿੱਖ ਭਗਤ ਨਹੀਂ ਹੈ, ਕਿਉਂਕਿ ਇਹ ਤਾਂ ਜਿਵੇਂ ਦੁਨੀਆ ਵਿੱਚ ਵਿਵਹਾਰ ਕਰਦਾ ਉਸੇ ਤਰ੍ਹਾਂ ਹੀ ਗੁਰੂ ਨਾਲ, ਰੱਬ ਨਾਲ ਵੀ ਚੱਲ ਰਿਹਾ ਹੈ। ਜੋ ਕੱਲ੍ਹ ਵੀ ਬੇਨਤੀ ਕੀਤੀ ਸੀ, ਲੜੀ ਜੋੜਨ ਵਾਸਤੇ ਇੱਕ ਸੰਖੇਪ ਜੀ ਬੇਨਤੀ ਹੈ ਕਿ ਜਿਵੇਂ ਆਪਾਂ ਸੰਸਾਰ ਵਿੱਚ ਵਰਤਦੇ ਹਾਂ ਵੀ ਮੈਂ ਉਸ ਰਿਸ਼ਤੇਦਾਰ ਨੂੰ, ਮਿੱਤਰ ਨੂੰ ਇਹ ਕੁਝ ਦਿੱਤਾ ਹੈ ਅਤੇ ਉਹ ਮੈਨੂੰ ਇਹ ਕੁਝ ਦੇਵੇ। ਜੇ ਇੱਥੇ ਹੀ ਬਿਰਤੀ ਟਿਕੀ ਹੋਈ ਹੈ, ਫਿਰ ਅਜੇ ਆਸ਼ਿਕ ਨਹੀਂ ਬਣਿਆ ਰੱਬ ਦਾ, ਅਜੇ ਗੁਰੂ ਦਾ ਆਸ਼ਿਕ ਨਹੀਂ ਬਣਿਆ, ਅਜੇ ਤਾਂ ਵਪਾਰੀ ਹੈ।
ਵੀ ਮੈਂ ਇਹ ਕੁਝ ਦਿੱਤਾ ਹੈ ਅਤੇ ਮੈਨੂੰ ਗੁਰੂ ਇਹ ਕੁਝ ਦੇਵੇ, ਮੈਂ ਇਹ ਕੁਝ ਘਾਲਣਾ ਘਾਲੀ ਹੈ, ਮੈਂ ਇਹ ਕੁਝ ਸੇਵਾ ਕੀਤੀ ਹੈ ਅਤੇ ਮੈਨੂੰ ਇਹ ਕੁਝ ਮਿਲਣਾ ਚਾਹੀਦਾ ਹੈ। ਫਿਰ ਜੇ ਜੀਵਨ ਵਿੱਚ ਲਾਭ ਮਿਲਿਆ ਅਤੇ ਉਹਨੂੰ ਕਿਹਾ ਵੀ ਇਹ ਤਾਂ ਗੁਰੂ ਦੀ ਕਿਰਪਾ ਬੜੀ ਬਖਸ਼ਿਸ਼ ਕੀਤੀ ਹੈ। ਅਤੇ ਜੇ ਕੋਈ ਲੋਸ ਹੋ ਗਿਆ, ਘਾਟਾ ਪੈ ਗਿਆ, ਫਿਰ ਗੁਰੂ ਨੂੰ ਉਲਾਂਭੇ ਦੇਣ ਲੱਗ ਜਾਂਦਾ, ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸ਼ਿਕ ਇਹ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਜੇ ਲੇਖੇ ਦੇ ਹਿਸਾਬ ਨਾਲ ਹੀ ਵਰਤ ਰਿਹਾ ਹੈ ਗੁਰੂ ਨਾਲ, ਵੀ ਗੁਰੂ ਨੇ ਅੱਜ ਤੱਕ ਮੈਨੂੰ ਇਹ ਕੁਝ ਦਿੱਤਾ ਤਾਂ ਮੈਂ ਨਾਮ ਜਪ ਰਿਹਾ ਹਾਂ, ਤਾਂ ਬਾਣੀ ਪੜ੍ਹ ਰਿਹਾ, ਆਸ਼ਿਕ ਨਹੀਂ ਬਣਿਆ। ਕਿਉਂਕਿ ਉਹਦੀ ਕੋਈ ਡਿਮਾਂਡ ਨਹੀਂ ਹੁੰਦੀ, ਉਹ ਕਹਿੰਦਾ ਬਸ ਗੁਰੂ ਪਾਤਸ਼ਾਹ ਮੈਨੂੰ ਕੁਝ ਨਹੀਂ ਚਾਹੀਦਾ, ਬਸ ਤੇਰੇ ਚਰਨਾਂ ਨਾਲ ਜੁੜਨਾ ਹੀ ਮੈਨੂੰ ਸਾਰਾ ਕੁਝ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ, ਨਾ ਤਾਂ ਮੈਨੂੰ ਨਰਕਾਂ ਦਾ ਡਰ ਹੈ ਹੁਣ, ਅਤੇ ਸਵਰਗ ਦੀ ਇੱਛਾ ਹੀ ਨਹੀਂ ਹੈ, ਨਾ ਦੁੱਖਾਂ ਤੋਂ ਡਰ ਲੱਗਦਾ ਹੈ ਅਤੇ ਨਾ ਸਵਰਗ ਦੀ ਲੋੜ ਹੀ ਨਹੀਂ ਹੈ। ਕਬੀਰ ਭਗਤ ਜੀ ਨੇ ਫਰਮਾਨ ਕੀਤਾ ਹੈ ਆਪਣੀ ਬਾਣੀ ਦੇ ਵਿੱਚ, ਕਹਿੰਦੇ ਹਨ ਕਬੀਰ, ਨਰਕ ਸੁਰਗ ਤੇ ਮੈਂ ਰਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰਾਧ। ਜੇ ਲੇਖੇ ਦੇ ਹਿਸਾਬ ਨਾਲ ਚੱਲ ਰਿਹਾ ਫਿਰ ਅਜੇ ਸਿੱਖ ਨਹੀਂ ਬਣਿਆ। ਸਿੱਖ ਸਦਾ ਗੁਰੂ ਤੋਂ ਸਦਕੇ ਕੁਰਬਾਨ ਜਾਂਦਾ ਹੈ, ਮੰਗ ਕੋਈ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ ਅੱਗੇ ਦੂਸਰਾ ਸ਼ਲੋਕ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕੀਤਾ, ਮਹੱਲਾ ਦੂਜਾ, ਸਲਾਮ ਜਵਾਬ ਦੋਵੈ ਕਰੇ, ਮੁੰਡੋਂ ਘੁੱਥਾ ਜਾਏ, ਸਲਾਮ ਕਰਨੀ, ਨਮਸਕਾਰ ਕਰਨੀ, ਝੁਕ ਜਾਣਾ। ਆਪਣੇ ਸਵਾਰਥ ਵਾਸਤੇ ਗੁਰੂ ਦੇ ਅੱਗੇ ਬੜੇ ਮੱਥੇ ਟੇਕਦਾ ਹੈ, ਅਤੇ ਜਦੋਂ ਸਵਾਰਥ ਪੂਰਾ ਹੋ ਗਿਆ ਫਿਰ ਜਵਾਬ ਵੀ ਦੇ ਦਿੰਦਾ ਹੈ। ਆਪਾਂ ਵੇਖਦੇ ਹਾਂ ਮਨੁੱਖ ਦਾ ਸੁਭਾਅ ਹੈ, ਜਦੋਂ ਕਿਸੇ ਕੋਲੋਂ ਇਹਨੇ ਕੰਮ ਲੈਣਾ ਹੋਵੇ ਨਾ ਅਤੇ ਉਹਦੇ ਕੋਲ ਬੜੇ ਗੇੜੇ ਮਾਰਦਾ ਹੈ, ਉਹਨੂੰ ਗਲਵੱਕੜੀ ਵੀ ਪਾਵੇਗਾ, ਉਹਦੇ ਪੈਰਾਂ 'ਤੇ ਵੀ ਡਿੱਗੇਗਾ, ਬੜੀਆਂ ਗੱਲਾਂ ਕਰੇਗਾ, ਬੜੀਆਂ ਬੇਨਤੀਆਂ ਵੀ ਕਰੇਗਾ। ਜਦੋਂ ਕਾਰਜ ਹੋ ਗਿਆ ਅਤੇ 6-6 ਮਹੀਨੇ ਵੀ ਕਈ ਵਾਰ ਬੜਾ ਸਮਾਂ ਲੰਘ ਜਾਂਦਾ, ਮੁੜ ਕੇ ਯਾਦ ਹੀ ਨਹੀਂ ਕੀਤਾ। ਕਾਰਨ ਸਵਾਰਥ ਦਾ ਸੰਬੰਧ ਸੀ। ਮਹਾਰਾਜ ਕਹਿੰਦੇ ਸਲਾਮ ਕੀਤੀ ਸੀ, ਪਰ ਉਹ ਸਲਾਮ ਕੇਵਲ ਸਵਾਰਥ ਵਾਸਤੇ ਸੀ, ਪ੍ਰੀਤ ਦੇ ਅਧੀਨ ਨਹੀਂ ਸੀ। ਕਿਉਂਕਿ ਜੇ ਪ੍ਰੀਤ ਦੇ ਅਧੀਨ ਹੁੰਦੀ, ਪ੍ਰੀਤ ਸਦੀਵੀ ਕਾਲ ਹੁੰਦੀ ਹੈ, ਤਾਂ ਹੀ ਤਾਂ ਭਗਤ ਰਵਿਦਾਸ ਜੀ ਕਹਿੰਦੇ ਨੇ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਤੇਰੇ ਨਾਲ ਜੋੜ ਲਈ ਬਸ ਪ੍ਰੀਤ, ਹੁਣ ਹੋਰ ਕਿਸੇ ਨਾਲ ਨਹੀਂ। ਅਤੇ ਪ੍ਰੀਤ ਵਾਲਾ ਬੰਦਾ ਅੱਠੇ ਪੈਰ ਉਸ ਰੰਗ ਵਿੱਚ ਰੱਤਾ ਰਹਿੰਦਾ ਹੈ। ਜਿਵੇਂ ਮਹਾਰਾਜ ਨੇ ਬਾਣੀ ਵੀ ਸਾਨੂੰ ਸਮਝਾਉਣ ਵਾਸਤੇ ਕੱਲ੍ਹ ਵੀ ਬੇਨਤੀ ਕੀਤੀ ਸੀ, ਪ੍ਰਮਾਣ ਦਿੱਤਾ ਅਮਲੀ ਦਾ। ਭਾਵੇਂ ਦੁਨੀਆ ਸਾਰੀ ਨਸ਼ਾ ਕਰਦੀ, ਪਰ ਅਮਲੀ ਅੱਠੇ ਪੈਰ ਨਸ਼ੇ ਵਿੱਚ ਗੜੂੰਦਾ ਰਹਿੰਦਾ ਹੈ, ਉਹਨੂੰ ਹੋਰ ਕੁਝ ਨਹੀਂ ਸੁਝਦਾ। ਦੁਨੀਆ ਹੋਰ ਵੀ ਨਸ਼ਾ ਕਰਦੀ, ਪਰ ਉਹਨਾਂ ਨੂੰ ਅਮਲੀ ਨਹੀਂ ਆਖਿਆ ਜਾਂਦਾ, ਕਿਉਂਕਿ ਉਹ ਤਾਂ ਥੋੜ੍ਹਾ ਬਹੁਤਾ ਕਰ ਲਿਆ, ਕਦੇ ਕਰ ਲਿਆ ਕਦੇ ਨਾ। ਪਰ ਅਮਲੀ, ਉਹਦੀ ਤਿਆਕੀ ਤਾਂ ਖੁੱਲ੍ਹਦੀ ਹੈ ਜੇ ਉਹਨੂੰ ਕੁਝ ਮਿਲੇ। ਇਹਦਾ ਭਾਵ ਇਹ ਨਹੀਂ ਕਿ ਨਸ਼ਾ ਕਰਨਾ। ਮਹਾਰਾਜ ਨੇ ਇੱਕ ਪ੍ਰਮਾਣ ਦਿੱਤਾ ਹੈ, ਬੁਰਿਆਈ ਤੋਂ ਵੀ ਗੁਰਮੁਖ ਉਹ ਲਾਹ ਲੈਂਦੇ ਨੇ। ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਸਾਡਾ ਮਨ ਇਸ ਤਰ੍ਹਾਂ ਰੱਬ ਨਾਲ ਜੁੜ ਗਿਆ, ਹੁਣ
आनीले कागद काटीले गुडी आकाश मध्य भरमीले। 5 जना सो बाद बतौआ चीज सो डोरी। राखी अले मन राम नामा बेदी अले। जैसे कनक कला चित मांडी अले। भगत नामदेव जी कहते कदे बच्चों नूं पतंग उडांदियां वेखो, वो दुनियावी गल्लां भी अपने दोस्तां नाल करी जांदे ने ते उन्हां दा ध्यान हुंदा उस डोर दे विच जिहड़ी पतंग नूं उडारी हुंदी है। इसे तरह कहते साडा मन जुड़ गया है। इस तरह भगत नामदेव जी उत्थे होर भी प्रमाण देंदे ने। पर महाराज सच्चे पातशाह इत्थे हुण किरपा कर रहे ने। एक पासे सलाम भी करदा है, दूजे पासे जवाब भी दे दिंदा है। तो फिर ये सिख नहीं हो सकता, ये गुरु का आशिक नहीं हो सकता, भगत नहीं हो सकता। अमृत वेला हुंदा ते आपां रोज़ जवाब दे देंदे हैं गुरु नूं, मत्था भी टेकदे हैं। गुरु पातशाह का हुक्म है मेरा सिख अमृत वेले मंजे ते ना सोवें। वो अमृत वेले उठ के वो नाम जपन लग जाए। गुर सतगुर का जो सिख खाए सो भलके उठर नाम ते आवे। हर रोज़ आपां गुरु नूं जवाब देंदे हैं। फिर एक थां ते जवाब नहीं देंदे। महाराज सच्चे पातशाह बाणी विच कहंदे भी तेरियां अखां माड़ा ना वेखण, तेरी रसना झूठ ना बोले, माड़ा ना बोले, मिथ्या ना ही रसना परस। मन में प्रीत निरंजन दरस, करण ना सुनै काहू की निंदा। सब ते जाने आपस को मंदा। ये भी जवाब देना है। महाराज कहते तेरी रसना झूठ ना बोले। आपां कहने गुजारा नहीं हुंदा। आपां कोई दोस्त मित्र मिल गया, किन्ना किन्ना समा गल्लां विच गुजार देंदे हैं। भावें झूठ ही बोली जाइए, पर जिथों गुरु ने रोकिया उत्थों रुकदी नहीं रसना, जिथों कन्नां नूं रोकिया उत्थों रुकदे नहीं हन। जवाब दे दिंदा है। सलाम जवाब दोवें करे मुंडों कुत्था जाए। महाराज कहते मुढ़ तो ही ये भुलिया होया, ਇਹਦਾ जीवन व्यर्थ जा रहा है। दोवें सलाम भी कीती, नमस्कार भी कीती ते जवाब भी दिता। फिर ऐसा जीव मुढ़ तो ही मूल तो ही कुत्था भाव व्यर्थ चला जाना, खुस जाना किसी चीज़ का हद दे विचों। बड़ा सोहना जीवन मिलिया सी पर हथों व्यर्थ गवा लिया। नानक दोवें कूड़ियाँ थाए न काई पाए। जेकर साडी सलाम स्वार्थ ते कड़ी है तो महाराज सच्चे पातशाह कहते ऐसे मनुख का सलाम जवाब दोवें व्यर्थ चले जाते ने। नानक दोवें कूड़ियाँ दोवें झूठियाँ हैं, थाए ना काई पाए। इनू किते भी थां नहीं मिलेगी जिहड़ा इस तरह गुरु दे हुक्म तो इनकारी हो गया है, गुरु दे हुक्म नूं मनदा नहीं है। जिवें एक बच्चा माँ प्यो दे हुक्म तो बाहर हो जावे, उन्होंने किते भी सुख नहीं है, क्योंकि माँ प्यो ऐसे बच्चे नूं बेदखल कर देंदे ने अपनी संपदा तो, अपनी जमीन जायदादों। फिर वो खुआर हुंदा है। तो पातशाह जी फरमान करते ने जिहड़ा सिख भी गुरु दे हुक्म तो इनकारी हो जावे वो भी फिर खुआर हुंदा है। कि महाराज पौड़ी का शब्द बख्शिश कर रहे ने। पौड़ी जे सेव्या सो पाई है, सो साहिब सदा संभाली है। धन गुरु नानक देव जी महाराज कहते जिसनों सेवन नाल आराधन दे नाल सुख मिलता है सो साहिब सदा संभाली है। इतिहास विच इस शब्द बारे जिक्र आउंदा है
ਪਹਿਲਾਂ ਆਸਾ ਕੀ ਵਾਰ ਪੌੜੀਆਂ ਹੀ ਸਨ। ਜਿਹੜੇ ਸ਼ਲੋਕ ਨੇ ਨਾ ਵਾਰਾਂ ਦੇ ਵਿੱਚ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਜ ਕਰਾਏ ਨੇ। ਸ਼ਾਇਦ ਆਪ ਸੰਗਤਾਂ ਨੂੰ ਪਤਾ ਹੋਵੇਗਾ, ਪਹਿਲਾਂ ਜਿਹੜੀਆਂ ਵਾਰਾਂ ਨੇ ਇਹ ਪੌੜੀਆਂ ਦੀਆਂ ਹੀ ਸਨ। ਸ਼ਲੋਕ ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਜ ਕਰਾਏ। ਉਹ ਸ਼ਲੋਕ ਦਰਜ ਕਰਾਏ ਨੇ ਜਿਹੜੇ ਪੌੜੀਆਂ ਦੇ ਭਾਵ ਨੂੰ ਖੋਲ੍ਹਦੇ ਹਨ। ਖਡੂਰ ਦੀ ਧਰਤੀ ਹੈ, ਉੱਥੇ ਇੱਕ ਅੰਮ੍ਰਿਤ ਵੇਲੇ ਸਿੱਖ ਟੋਭੇ ਦੇ ਕੰਢੇ 'ਤੇ ਬੈਠਾ ਹੋਇਆ ਪਾਠ ਕਰ ਰਿਹਾ ਹੈ ਆਸਾ ਕੀ ਵਾਰ ਦਾ। ਗੁਰੂ ਅੰਗਦ ਦੇਵ ਜੀ ਮਹਾਰਾਜ, ਭਾਈ ਲਹਿਣਾ ਜੀ ਅਜੇ ਗੁਰੂ ਅੰਗਦ ਦੇਵ ਨਹੀਂ ਬਣੇ, ਅਜੇ ਤੇ ਆਏ ਹੀ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਲੰਘੇ ਜਾਂਦੇ ਨੇ ਵੀ ਅੰਮ੍ਰਿਤ ਵੇਲੇ। ਇਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਹੈ, ਪੌੜੀ ਜਿਤ ਸੇਵਿਆ ਸੁਖ ਪਾਈ ਹੈ, ਸੋ ਸਾਹਿਬ ਸਦਾ ਸੰਭਾਲੀ ਹੈ। ਉਹ ਸਿੱਖ ਹੈ ਭਾਈ ਜੋਧ, ਬੜਾ ਟਿਕ ਕੇ ਪਾਠ ਕਰ ਰਿਹਾ ਹੈ। ਜਦੋਂ ਭਾਈ ਲਹਿਣਾ ਜੀ ਨੇ ਪਾਠ ਸੁਣਿਆ, ਉਹਨਾਂ ਦੇ ਅੰਦਰ ਖਿੱਚ ਪਈ ਹੈ। ਉਹਨਾਂ ਨੇ ਫਿਰ ਰੁਕ ਕੇ ਸੁਣਿਆ ਧਿਆਨ ਦੇ ਨਾਲ, ਤੇ ਭਾਈ ਜੋਧ ਨੂੰ ਪੁੱਛਦੇ ਨੇ, ਇਹ ਤੁਸੀਂ ਕਿੱਥੋਂ ਪੜ੍ਹਦੇ ਹੋ, ਕਿਹੜੀ ਕਲਾਮ ਹੈ, ਕਿਹਦੀ ਬਾਣੀ ਹੈ? ਭਾਈ ਜੋਧ ਨੇ ਦੱਸਿਆ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਹੈ। ਤੇ ਭਾਈ ਜੋਧ ਦੀ ਸੰਗਤ ਕਰਕੇ ਹੀ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆਉਂਦੇ ਨੇ। ਤੇ ਉਹ ਬਾਬਾ ਲਹਿਣਾ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਬਣਦੇ ਨੇ। ਕੈਸੀ ਪ੍ਰੀਤ ਕੀਤੀ, ਜਿਸ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਉਸ ਸਾਹਿਬ ਨੂੰ, ਉਸ ਮਾਲਕ ਨੂੰ, ਉਹਦੇ ਨਾਮ ਨੂੰ ਸਦਾ ਸੰਭਾਲਣਾ ਕਰ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਜਿਸ ਕੰਮ ਨੂੰ ਕਰਨ ਨਾਲ ਮਹਾਰਾਜ ਕਹਿੰਦੇ ਜੀਵ ਨੂੰ ਦੁੱਖ ਮਿਲਦਾ ਹੈ, ਉਹ ਘਾਲ ਬੁਰੀ ਕਿਉਂ ਕਰਨੀ ਹੈ, ਮਾੜਾ ਕੰਮ ਕਿਉਂ ਕਰਨਾ ਹੈ, ਜਿਹਦਾ ਲੇਖਾ ਦੇਣਾ ਪਵੇ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਜ਼ਰ ਨਿਆਲੀਐ। ਮੰਦਾ ਕੰਮ ਮਹਾਰਾਜ ਕਹਿੰਦੇ ਮੂਲ ਤੋਂ ਉੱਕਾ ਹੀ ਨਹੀਂ ਕਰਨਾ ਚਾਹੀਦਾ। ਲੰਮੀ ਦ੍ਰਿਸ਼ਟੀ ਨਾਲ ਆਪਣੇ ਜੀਵਨ ਨੂੰ ਵੇਖਣਾ ਚਾਹੀਦਾ ਹੈ ਕਿ ਇਹ ਮੇਰੇ ਜੀਵਨ ਵਿੱਚ ਮੈਨੂੰ ਸਹੀ ਲਾਭ ਕਿਵੇਂ ਹੋ ਸਕਦਾ ਹੈ। ਮਨੁੱਖ ਪਰਮਾਤਮਾ ਦੀ ਹਸਤੀ ਤੋਂ ਮੁਨਕਰ ਕਿਉਂ ਹੋ ਰਿਹਾ ਹੈ? ਕਿਉਂਕਿ ਆਪਾਂ ਇਸ ਸਰੀਰਕ ਜੀਵਨ ਤੱਕ ਸੀਮਤ ਹਾਂ। ਇਸ ਤੋਂ ਅੱਗੇ ਨਹੀਂ ਵੇਖਦੇ ਵੀ ਸਾਡੀ ਆਤਮਾ ਦਾ ਅੱਗੇ ਕੀ ਬਣੇਗਾ, ਅੱਗੇ ਇਹਦਾ ਕੀ ਹਾਲ ਹੋਵੇਗਾ। ਜੇਕਰ ਮਨੁੱਖ ਲੰਮੀ ਦ੍ਰਿਸ਼ਟੀ ਨਿਗਾਹ ਨਾਲ ਵੇਖੇ ਕਿ ਇਹ ਸਰੀਰਕ ਜੀਵਨ ਤਾਂ ਥੋੜ੍ਹਾ ਸਮਾਂ ਹੈ, ਅੱਗੇ ਕੀ ਬਣੇਗਾ, ਫਿਰ ਮਹਾਰਾਜ ਕਹਿੰਦੇ ਮਾੜਾ ਨਹੀਂ ਕਰੇਗਾ। ਜਿਉਂ ਸਾਹਿਬ ਨਾਲ ਨਹਾਰੀ ਹੈ, ਤੇ ਵੇ ਆ ਪਾਸਾ ਢਾਲੀ ਹੈ। ਉਹ ਖੇਡ ਖੇਡ ਉਹ ਬਾਜੀ ਕਰ ਕਿ ਜਿਸ ਕਰਕੇ ਮਾਲਕ ਵਾਲੇ ਪਾਸੇ ਤੋਂ ਤੂੰ ਹਾਰ ਨਾ ਜਾਵੇਂ, ਜਿੱਤ ਜਾਵੇਂ ਜੀਵਨ ਦੀ ਬਾਜੀ ਨੂੰ। ਜਿਉਂ ਸਾਹਿਬ ਨਾਲ ਨਾ ਹਾਰੀ ਹੈ, ਤੇ ਵੇਆ ਪਾਸਾ ਢਾਲੀ ਹੈ। ਉਹ ਪਾਸਾ ਜਿਵੇਂ ਚੌਪੜ ਦੀ ਖੇਲ ਖੇਲੀ ਜਾਂਦੀ ਹੈ ਨਾ, ਉਹ ਨਾਰਦਾਂ ਸੁੱਟੀਆਂ ਜਾਂਦੀਆਂ ਨੇ ਘੁਮਾ ਕੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਆਪਣੇ ਜੀਵਨ ਨੂੰ ਉਸ ਤਰੀਕੇ ਦੇ ਨਾਲ ਜੀ ਕਿ ਤੇਰੀ ਹਾਰ ਨਾ ਹੋਵੇ, ਤੂੰ ਜੀਵਨ ਦੀ ਬਾਜੀ ਨੂੰ ਜਿੱਤ ਜਾਵੇਂ। ਕਿਸ ਲਾਹੇ ਉੱਪਰ ਘਾਲੀਐ, ਆਪਣੇ ਜੀਵਨ ਦਾ ਮਹਾਰਾਜ ਕਹਿੰਦੇ ਕੁਝ ਸਮਾਂ ਤਾਂ ਲਾਹੇ ਵਾਸਤੇ ਘਾਲਣਾ ਘਾਲ, ਕੋਈ ਨਾ ਕੋਈ ਘਾਲਣਾ ਤੇ ਘਾਲਣਾ। ਸੇਵਾ ਕਰ, ਸਿਮਰਨ ਕਰ। ਆਪਾਂ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਹਾਂ, ਕਿਸੇ ਗੁਰਸਿੱਖ ਨੇ ਕੋਈ ਘਾਲਣਾ ਘਾਲਣੀ ਸ਼ੁਰੂ ਕਰਤੀ, ਕਿਸੇ ਨੇ ਕੋਈ, ਅਤੇ ਉਹਦੇ ਕਰਕੇ ਹੀ ਉਹ ਗੁਰੂ ਘਰ ਦੇ ਵਿੱਚ
ਪ੍ਰਵਾਨ ਹੋ ਗਿਆ, ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਿਆ। ਕੋਈ ਵੀ ਘਾਲ ਨਾ ਕੋਈ ਸੇਵਾ ਆਪਾਂ ਨੂੰ ਮਿਲਦੀ ਹੈ, ਜ਼ਰੂਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਤੋਂ ਲਾਭ ਲੈਣਾ ਚਾਹੀਦਾ ਹੈ। ਕਿਛ ਲਾਏ ਉੱਪਰ ਘਾਲੀ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰਾਮਤ ਕਰਨ, ਸਤਿਗੁਰੂ ਦੇ ਬਚਨਾਂ ਨੂੰ ਕਮਾਈਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਤਾਂ ਜੋ ਸਾਡੇ ਜੀਵਨ ਦੀ ਇਹ ਬਾਜੀ ਸਫਲ ਹੋ ਜਾਵੇ, ਗੁਰੂ ਦੀਆਂ ਬਖਸ਼ਿਸ਼ਾਂ ਹੋ ਜਾਣ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।